अस्सलाम वालेकुम, सत श्री अकाल और आदाब। दोस्तों, कल एक तस्वीर जारी की गई और उस तस्वीर ਦੇ ਵਿੱਚ ਮੌਜੂਦਾ ਜਿਹੜੇ ਆਰਮੀ ਚੀਫ ਨੇ ਜਨਰਲ ਆਸਮ ਮੁਨੀਰ, ਉਹਨਾਂ ਦੇ ਨਾਲ ਸਾਬਕਾ ਕਈ ਆਰਮੀ ਚੀਫ ਜਿਹੜੇ ਨੇ ਉਹ ਮੌਜੂਦ ਸਨ। जनरल इशफाक परवेज़ कियानी सी और जनरल राहील शरीफ सन और भी बाकी सारे जनरल। उस तस्वीर के बाहर आने तो बाद ही ये अंदाज़ा होया कि ਜਿਹੜੀ ਅਸਕਰੀ ਕਿਆਦਤ ਹੈ ਉਹ ਕਿਸੇ ਮਾਮਲੇ ਦੇ ਉੱਤੇ ਆਪਣੇ ਸੀਨੀਅਰਸ ਦੇ ਨਾਲ ਮੁਸ਼ਾਵਰਤ ਉਹਨੇ ਕੀਤੀ ਔਰ ਉਹ ਕੁਝ ਮਾਮਲਾ ਦੇ ਉੱਤੇ ਹਤਮੀ ਜਿਹੜਾ ਫੈਸਲਾ ਉਹ ਕਰਨਾ ਚਾਹੁੰਦੀ। ਕਿਆ ਸਾਰਾ ਹੀ ਮੁਮਕਿਨ ਨਹੀਂ ਸੀ ਕਿ ਕੀ ਹੋ ਸਕਦਾ ਤੇ ਕੀ ਨਹੀਂ ਹੋ ਸਕਦਾ, ਜਾਂ ਇਸ ਮੀਟਿੰਗ ਦਾ ਨਤੀਜਾ ਕਿ ਜਿੰਨੀ ਦੇਰ ਤੱਕ ਇਦਾਰਾ ਖੁਦ ਨਾ ਇਹਦੇ ਬਾਰੇ ਕੋਈ ਤਫਸੀਲ ਜਾਰੀ ਕਰਦਾ। ਲੇਕਿਨ ਅਗਲੇ ਦਿਨ ਜਿਹੜਾ ਜੋ ਕਾਰਵਾਈ ਸਾਡੇ ਸਾਹਮਣੇ ਆਈ ਕਿ ਪਾਕ ਫੌਜ ਦੇ ਰਿਟਾਇਰਡ 3 ਅਫਸਰ ਜਿਹੜੇ ਨੇ ਉਹਨਾਂ ਦੀ ਗ੍ਰਿਫਤਾਰੀ ਦੱਸੀ ਗਈ, ਜਿਨ੍ਹਾਂ ਵਿੱਚ 2 ਸਾਬਕ ਬ੍ਰਿਗੇਡੀਅਰ ਨੇ ਔਰ 1 ਕਰਨਲ। ਇਸ ਤੋਂ ਪਹਿਲੇ ਲੈਫਟੀਨੈਂਟ ਜਨਰਲ ਜਿਹੜੇ ਨੇ ਔਰ ISI ਦੇ ਸਾਬਕ ਚੀਫ ਫੈਜ਼ ਹਮੀਦ ਉਹ ਗ੍ਰਿਫਤਾਰ ਨੇ। ਇਹ ਜਿਹੜੇ ਹੁਣ ਅਫਸਰ ਗ੍ਰਿਫਤਾਰ ਹੋਏ ਨੇ, ਇਹਨਾਂ ਦੀ ਗ੍ਰਿਫਤਾਰੀ ਦਾ ਤਾਲੁਕ ਜਨਰਲ ਫੈਜ਼ ਹਮੀਦ ਦੇ ਨਾਲ ਦੱਸਿਆ ਜਾ ਰਿਹਾ ਔਰ ਇਹ ਤਾਲੁਕ ਜਿਹੜਾ ਇਹਦੇ ਪਿੱਛੇ ਇਹ ਵੇ ਕਿ ਇਹਨਾਂ ਸਾਰੇ ਅਫਸਰਾਂ ਨੇ ਪਾਕ ਫੌਜ ਦਾ ਜਿਹੜਾ ਐਕਟ ਹੈਗਾ ਵੇ ਉਹਦੀ ਖਿਲਾਫ ਵਰਜ਼ੀ ਕੀਤੀ ਔਰ ਰਿਟਾਇਰਮੈਂਟ ਤੋਂ ਬਾਅਦ ਐਸੀ ਸਰਗਰਮੀਆਂ ਦੇ ਵਿੱਚ ਮੁਲਵਸ ਰਹੇ ਜਿਹੜੀਆਂ ਉਸ ਐਕਟ ਦੀ ਵਾਜ਼ਿਹ ਤੌਰ 'ਤੇ ਖਿਲਾਫ ਵਰਜ਼ੀ ਸਨ ਔਰ ਅਸਕਰੀ ਜਿਹੜੀ ਤਰਬੀਅਤ ਹੈ ਔਰ ਜਿਹੜੇ ਉਹਨਾਂ ਜ਼ਿੰਮੇਦਾਰੀਆਂ ਨੇ ਉਹਦੇ ਕੋਡ ਦੇ ਖਿਲਾਫ। ਇਹਦੇ ਸਿਲਸਿਲੇ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਦਾਇਰਾ ਜਿਹੜਾ ਹੈ ਵਸੀ ਕੀਤਾ ਜਾ ਰਿਹਾ ਔਰ ਹੋਰ ਵੀ ਜਿਹੜੇ ਲੋਕ ਮੁਲਵਸ ਨੇ ਐਸੀ ਸਰਗਰਮੀਆਂ ਦੇ ਵਿੱਚ ਉਹ ਪਾਕ ਫੌਜ ਦੇ ਨਾਲ ਉਹਨਾਂ ਦਾ ਤਾਲੁਕ ਰਿਹਾ ਅਫਸਰਾਂ ਦਾ, ਉਹਨਾਂ ਦੇ ਖਿਲਾਫ ਵੀ ਕਾਰਵਾਈ ਮੁਤਵੱਕੇ ਹੋ ਸਕਦੀ ਹੈ। ਇਹ ਆਪਣੀ ਨੌਂ ਦਾ ਸ਼ਾਇਦ ਪਾਕਿਸਤਾਨ ਦੇ ਵਿੱਚ ਪਹਿਲਾ ਇੱਕ ਸਾਨੂੰ ਨਜ਼ਰ ਆ ਰਿਹਾ ਕੰਮ ਕਿ ਇਸ ਤਰ੍ਹਾਂ ਹੋਇਆ, ਉਸ ਤੋਂ ਪਹਿਲੇ ਕਦੀ ਨਹੀਂ ਹੋਇਆ। ਔਰ ਇਹਦਾ ਇਹ ਵੀ ਤਾਲੁਕ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੇ ਗ੍ਰਿਫਤਾਰ ਹੋਏ ਨੇ ਲੋਕ, ਇਹ ਪਾਕਿਸਤਾਨ ਤਹਿਰੀਕ ਇਨਸਾਫ ਜਾਂ ਸਿਆਸੀ ਜਮਾਤ ਦਾ ਇੱਕ ਲਫ਼ਜ਼ ਇਸਤੇਮਾਲ ਕੀਤਾ ਜਾ ਰਿਹਾ, ਲੇਕਿਨ ਜੋ ਨਜ਼ਰ ਆਉਂਦਾ ਉਹ ਤਾਂ ਹੋਈ ਕਿ ਪਾਕਿਸਤਾਨ ਤਹਿਰੀਕ ਇਨਸਾਫ ਦੀ ਲੀਡਰਸ਼ਿਪ ਜਾਂ ਹਲਕਿਆਂ ਦੇ ਔਰ ਜਿਹੜੇ ਇਦਾਰੇ ਦੇ ਹਲਕੇ ਨੇ ਉਹਨਾਂ ਦੇ ਵਿੱਚ ਬ੍ਰਿਜ ਕਰਦੇ ਸਨ ਤਾਲੁਕ ਔਰ ਪੈਗਾਮ ਰਸਾਨੀ ਕਰਦੇ ਸਨ। ਇਸ ਵਾਸਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਵੀ ਦੱਸਿਆ ਗਿਆ ਕਿ ਇਹ ਜਿਹੜੇ ਅਫਸਰ ਹੁਣ ਗ੍ਰਿਫਤਾਰ ਹੋਏ ਨੇ ਇਹ ਜਨਰਲ ਫੈਜ਼ ਹਮੀਦ ਦੇ ਬਹੁਤ ਕਰੀਬ ਸਨ, ਯਾਨੀ ਉਹਨਾਂ ਦੇ ਉਹ ਕੋਰ ਦੇ ਵਿੱਚ ਸ਼ਾਮਲ ਸਨ ਜਿਹੜੇ ਜਿਹਦੇ ਜ਼ਰੀਏ ਉਹ ਅੱਗੇ ਆਪਣੇ ਮਨਸੂਬਿਆਂ ਦੇ ਉੱਤੇ ਅਮਲ ਦਰਾਮਦ ਕਰਵਾਉਂਦੇ ਸਨ। ਇਹ ਮਾਮਲਾ ਜਿਹੜਾ ਵੀ ਇਹ ਐਡਾ ਸਾਦਾ ਸਾਨੂੰ ਨਜ਼ਰ ਨਹੀਂ ਆਉਂਦਾ ਔਰ ਐਡੇ ਵੱਡੇ ਪੈਮਾਨੇ 'ਤੇ ਅਗਰ ਆਰਮੀ ਚੀਫ ਨੇ ਮੁਸ਼ਾਵਰਤ ਕੀਤੀ, ਅਗਰਚੇ ਉਹ ਖੁਦ ਅਥਾਰਟੀ ਨੇ ਉਹ ਨਾ ਵੀ ਕਰਦੇ ਮੁਸ਼ਾਵਰਤ 'ਤੇ ਉਹਨਾਂ ਨੂੰ ਸ਼ਾਇਦ ਕੋਈ ਪੁੱਛਣ ਵਾਲਾ ਨਹੀਂ ਸੀ ਹੈਗਾ, ਉਹ ਕਿਸੇ ਦੇ ਅੱਗੇ ਜਵਾਬ ਦੇ ਆਪਣੇ ਮਾਮਲਾ ਦੇ ਹਵਾਲੇ ਨਾਲ ਨਹੀਂ ਹੈਗੇ, ਲੇਕਿਨ ਸ਼ਾਇਦ ਉਹ ਸਮਝ ਰਹੇ ਸੀ ਕਿ ਇਸ ਕਾਰਵਾਈਆਂ ਜਾਂ ਇਸ ਤਰ੍ਹਾਂ ਦੀਆਂ ਜਿਹੜੀ ਉਹ ਇਕਦਾਮਾਤ ਨੇ ਇਹਦਾ ਇੱਕ ਦਬਾਅ ਪੈਦਾ ਹੋਵੇਗਾ ਔਰ ਇਦਾਰੇ ਦੇ ਵਿੱਚ ਜਾਂ ਇਦਾਰੇ ਤੋਂ ਮੁਤਲਕੀਨ ਜਿਹੜੇ ਨੇ ਉਹਨਾਂ ਦੇ ਵਿੱਚ ਕੁਝ ਸਵਾਲ ਪੈਦਾ ਹੋਣਗੇ ਔਰ ਉਹਨਾਂ ਸਵਾਲਾਂ ਦੇ ਨਤੀਜੇ ਦੇ ਵਿੱਚ ਕੁਝ ਦਬਾਅ ਵੀ ਆਵੇਗਾ ਅਤੇ ਉਸ ਦਬਾਅ ਅਤੇ ਸਵਾਲਾਂ ਦੇ ਦਾ ਅਹਿਸਾਸ ਪਹਿਲੇ ਹੀ ਕਰਦੇ ਹੋਏ ਉਹਨਾਂ ਨੇ ਇੰਝ ਕੀਤਾ ਕਿ ਆਪਣੇ ਜਿਹੜੇ ਸੀਨੀਅਰਸ ਨੇ ਉਹਨਾਂ ਨੂੰ ਇਤਮਾਦ 'ਚ ਲਿਆ। ਪਾਕਿਸਤਾਨ ਦੇ ਵਿੱਚ ਜਿਹੜੇ ਸਿਵਲ ਮਿਲਟਰੀ ਰਿਲੇਸ਼ਨਸ ਨੇ ਉਹ ਉਹਨਾਂ ਨੂੰ ਜਾਂ ਤਾਂ ਬਹੁਤ ਆਲਾ ਕਿਸਮ ਦੀ ਇੱਕ ਇੰਟਲੈਕਚੁਅਲ ਡਿਬੇਟ ਦੇ ਹਵਾਲੇ ਕਰ ਦਿੱਤਾ ਜਾਂਦਾ ਅਤੇ ਜਾਂ ਫਿਰ ਥੜੇ 'ਤੇ ਬੈਠੇ ਲੋਕ ਜਿਹੜੇ ਨੇ ਉਹ ਉਹਦੇ 'ਤੇ ਗੱਲ ਕਰਦੇ ਨੇ ਅਤੇ ਇਸ ਦੀ ਦਰਮਿਆਨੀ ਸ਼ਕਲ ਜਿਹੜੀ ਹੈ ਇਸ ਇਸ਼ੂ ਨੂੰ ਸਮਝਣ ਵਾਸਤੇ ਜਾਂ ਇਹ ਅਗਰ ਕੋਈ ਖਰਾਬੀ ਪੈਦਾ ਹੋਵੇ ਸਿਵਲ ਮਿਲਟਰੀ ਰਿਲੇਸ਼ਨਸ ਦੇ ਵਿੱਚ ਅਤੇ ਉਹਦਾ ਜਾਇਜ਼ਾ ਲੈਣ ਵਾਸਤੇ ਕੋਈ ਦਰਮਿਆਨੀ ਜਿਹਾ ਰਸਤਾ ਨਹੀਂ ਹੈਗਾ ਕਿਤੇ। ਮੀਡੀਆ ਦੇ ਵਿੱਚ ਅਸੀਂ ਡਿਬੇਟ ਜਿਹੜੀ ਵੇਖਦੇ ਹਾਂ ਉਹ ਆਮ ਤੌਰ 'ਤੇ ਸਿਆਸੀ ਜਮਾਤਾਂ ਦੇ ਇੱਕ ਦੂਸਰੇ ਦੇ ਉੱਤੇ ਇਲਜ਼ਾਮਾਤ ਦੇ ਉੱਤੇ ਤਾਂ ਬਹੁਤ ਹੁੰਦੀ, ਬਲਕਿ ਰੋਜ਼ਾਨਾ ਅਗਰ 10 ਸ਼ੋਅ ਹੁੰਦੇ ਨੇ ਅਤੇ ਉਹਦੇ ਵਿੱਚ 9 ਸ਼ੋਅ ਜਿਹੜੇ ਨੇ ਉਹ ਇਹੋ ਹੀ ਹੁੰਦੇ ਨੇ ਔਰ ਜਿਹੜਾ 10ਵਾਂ ਸ਼ੋਅ ਉਹ ਵੀ ਇਸੇ ਤਰ੍ਹਾਂ ਦੀ ਲੜਾਈ ਦੇ ਉੱਤੇ ਹੀ ਹੁੰਦਾ ਵੇ, ਲੇਕਿਨ ਉਹਦੇ ਵਿੱਚ ਕੋਈ 2-4 ਮਿੰਟ ਕੁਝ ਹੋਰ ਚੀਜ਼ ਪਾ ਦਿੱਤੀ ਜਾਂਦੀ। ਬਸ ਇਹ ਰੇਸ਼ੋ ਹੈਗੀ ਅਤੇ ਜਿਹੜੇ ਮੁਲਕ ਦੇ ਮਸਾਇਲ ਨੇ ਉਹਨਾਂ 'ਤੇ ਗੱਲ ਕਰਨ ਦੀ ਗੁੰਜਾਇਸ਼ ਕਿਤੇ ਨਹੀਂ ਹੈਗੀ। ਇਸੇ ਤਰ੍ਹਾਂ ਇੰਟਲੈਕਚੁਅਲ ਜਿਹੜੀ ਡਿਬੇਟਸ ਨੇ
ਉਹਨਾਂ ਦਾ ਵੀ ਲੈਵਲ ਜਿਹੜਾ ਵੇ ਉਹ ਇਸ ਤਰ੍ਹਾਂ ਕਰ ਦਿੱਤਾ ਗਿਆ ਕਿ ਆਮ ਆਦਮੀ ਦੀ ਸਮਝ 'ਚ ਨਾ ਆਵੇ, ਚੀਜ਼ਾਂ ਛੁਪੀਆਂ ਰਹਿਣ। ਮੇਰਾ ਖਿਆਲ ਹੈ ਕਿ ਜਿਹੜਾ ਸਿਵਲ ਮਿਲਟਰੀ ਰਿਲੇਸ਼ਨਸ ਦਾ ਮਾਮਲਾ ਵੇ ਇੱਕ ਸੰਗੀਨ ਸੂਰਤ ਇਖਤਿਆਰ ਕਰ ਗਿਆ, ਔਰ ਇਸ ਸੂਰਤ ਹਾਲ ਨੂੰ ਇੱਕੋ ਹੀ ਇਦਾਰਾ ਹੈ ਜਿਹੜਾ ਇਹਦੀ ਕਸ਼ੀਦਗੀ ਘੱਟ ਕਰ ਸਕਦਾ ਹੈ ਜਾਂ ਇਹਨੂੰ ਖਤਮ ਕਰ ਸਕਦਾ ਹੈ, ਔਰ ਉਹ ਇਦਾਰਾ ਵੇ ਪਾਕ ਫੌਜ। ਪਾਕਿਸਤਾਨ ਦੇ ਵਿੱਚ ਸਿਆਸੀ ਅਮਲ ਜਿਹੜਾ ਵੇ ਉਹ ਅਸੀਂ ਜਾਣਦੇ ਹਾਂ ਕਿ ਉਹਦੇ ਹਦੂਦੋ ਕਯੂਦ ਰਹੀਆਂ ਨੇ, ਜਦਕਿ ਦੁਨੀਆ ਵਿੱਚ ਜਿਹੜਾ ਸਿਆਸੀ ਅਮਲ ਹੁੰਦਾ ਵੇ ਉਹਦੀ ਉਸ ਤਰ੍ਹਾਂ ਦੀ ਹਦੂਦ ਕਯੂਦ ਨਹੀਂ ਹੁੰਦੀਆਂ ਜਿਹੜੀਆਂ ਸਾਡੇ ਹਾਂ ਦੱਸੀਆਂ ਜਾਂਦੀਆਂ ਨੇ। ਸਾਡੇ ਹਾਂ ਆਜ਼ਾਦੀ ਇਜ਼ਹਾਰ ਜਿਹੜੀ ਇਹਨੂੰ ਲਿਮਿਟਿਡ ਕੀਤਾ ਜਾਂਦਾ ਹੈ। ਜਿਹੜੇ ਜਮਹੂਰੀ ਤੌਰ 'ਤੇ ਆਲਾ ਰੈਂਕਿੰਗ 'ਤੇ ਮੁਲਕ ਹੈਗੇ ਨੇ ਉੱਥੇ ਸਾਡੇ ਨਾਲੋਂ ਮੁਖਤਲਿਫ ਜਿਹੜਾ ਇਜ਼ਹਾਰੇ ਰਾਏ ਦਾ ਪੈਮਾਨਾ ਹੈ। ਉੱਥੇ ਇਸ ਤਰ੍ਹਾਂ ਨਹੀਂ ਲੋਕ ਸੋਚਦੇ ਕਿ ਅਸੀਂ ਇਸ ਚੀਜ਼ 'ਤੇ ਪਾਬੰਦੀ ਲਾਈਏ, ਇਹਦੇ 'ਤੇ ਨਹੀਂ, ਇਹ ਇੰਜ ਨਹੀਂ ਹੁੰਦਾ। ਅੱਛਾ, ਇਹੀ ਵਜ੍ਹਾ ਕਿ ਉੱਥੇ ਥੋੜ੍ਹੀ ਜਿਹੀ ਹੋਰ ਤਰ੍ਹਾਂ ਦਾ ਜ਼ਹਨ ਤਿਆਰ ਹੁੰਦਾ ਵੇ, ਔਰ ਉੱਥੇ ਆਪਣੇ ਹੁਕਮਰਾਨ ਚੁਣਨ ਦੇ ਹਵਾਲੇ ਨਾਲ ਲੋਕ ਹੋਰ ਤਰ੍ਹਾਂ ਦੀ ਤਰਜੀਹਾਤ ਵੇਖਦੇ ਨੇ। ਸਾਡੇ ਹਾਂ ਹੋਰ ਤਰ੍ਹਾਂ ਦੀ ਵੇਖਦੇ ਨੇ। ਸਾਡੇ ਹਾਂ ਲੋਕ ਕਹਿੰਦੇ ਨੇ ਕਿ ਅਸੀਂ ਉਹਨੂੰ ਨੁਮਾਇੰਦਾ ਚੁਣੀਏ ਜਿਹੜਾ ਥਾਣੇ ਕਚਹਿਰੀ 'ਚ ਜਿੰਦਾ ਤਲਕ ਹੋਵੇ। ਥਾਣੇ ਕਚਹਿਰੀ 'ਚ ਆਮ ਤੌਰ 'ਤੇ ਸ਼ਰੀਫ ਬੰਦੇ ਦਾ ਤਾਂ ਤਲਕ ਨਹੀਂ ਹੁੰਦਾ, ਅਤੇ ਉਹਨਾਂ ਮੁਲਕਾਂ 'ਚ ਜਿਨ੍ਹਾਂ ਦੀ ਅਸੀਂ ਗੱਲ ਕਰਨ ਡਏ ਮੁਹੱਜ਼ਮ ਮੁਲਕਾਂ ਦੇ ਵਿੱਚ ਐਸਾ ਬੰਦਾ ਵੇਖਿਆ ਜਾਂਦਾ ਜਿਹਨੂੰ ਮੁਲਕੀ ਮਸਾਇਲ ਦੇ ਨਾਲ ਦਿਲਚਸਪੀ ਹੋਵੇ ਔਰ ਹੱਲ ਕਰਨ ਦੀ ਸਲਾਹੀਅਤ ਹੋਵੇ। ਇਹ ਫਰਕ ਹੈ ਬੁਨਿਆਦੀ ਤੌਰ 'ਤੇ ਦੋਵਾਂ ਦੇ ਵਿੱਚ। ਅਤੇ ਪਾਕ ਫੌਜ ਦਾ ਜਿਹੜਾ ਜਿੱਥੋਂ ਤੱਕ ਹੈਗਾ ਨਾ ਕਿ ਖੁਦ ਇਹਤਸਾਬੀ ਦਾ ਨਿਜ਼ਾਮ, ਉਹ ਤਾਂ ਯਕੀਨਨ ਇਸ ਕਾਰਵਾਈ ਤੋਂ ਬਾਅਦ ਤਾਂ ਸਾਨੂੰ ਲੱਗਦਾ ਕਿ ਬਹੁਤ ਅੱਛਾ ਹੈ। ਪਹਿਲੇ ਚੂँਕਿ ਇਹਦੀ ਨਜ਼ੀਰ ਨਹੀਂ ਹੈਗੀ, ਔਰ ਇਹ ਨਜ਼ੀਰ ਜਿਹੜੀ ਜਨਰਲ ਆਸਿਮ ਮੁਨੀਰ ਦੇ ਦੌਰ 'ਚ ਹੀ ਕਾਇਮ ਹੋ ਰਹੀ, ਅਤੇ ਜ਼ਾਹਿਰ ਉਹਨਾਂ ਕ੍ਰੈਡਿਟ ਉਹਨਾਂ ਨੂੰ ਜਾਂਦਾ, ਅਤੇ ਲੋਕ ਇਹ ਤੋਕੂ ਕਰ ਰਹੇ ਨੇ ਕਿ ਇਹ ਐਸੀ ਨਜ਼ੀਰ ਬਣੇਗੀ ਕਿ ਜਿਹੜੇ ਅੱਜ ਤੋਂ 2 ਸਾਲ 4 ਸਾਲ 10 ਸਾਲ 20 ਸਾਲ ਬਾਅਦ ਵੀ ਇਹ ਜਿਹੜੇ ਅਸਕਰੀ ਕਿਆਦਤ ਆਏਗੀ ਉਹ ਇਹਦੇ ਉੱਤੇ ਅਮਲ ਪੈਰਾ ਰਹੇਗੀ, ਔਰ ਮੁਲਕ ਦੇ ਵਿੱਚ ਜਿਹੜੀ ਆਇੰਦਾ ਅਸਕਰੀ ਕਿਆਦਤ ਜਾਂ ਅਸਕਰੀ ਜਿਹੜੀ ਨਿਚਲੀ ਸਤ੍ਹਾ ਦੀ ਲੀਡਰਸ਼ਿਪ ਹੈ, ਸਿਆਸਤ ਦੇ ਵਿੱਚ ਉਹਦਾ ਅਮਲ ਦਖਲ ਘਟੇਗਾ, ਔਰ ਇਹ ਖੁਸ਼ਾਇੰਦ ਗੱਲ ਹੈ। ਔਰ ਇਹਦੇ ਨਾਲ ਇਹ ਵੀ ਹੋਏਗਾ ਕਿ ਸਿਆਸੀ ਜਮਾਤਾਂ ਜਿਹੜੀਆਂ ਨੇ, ਮੈਂ ਸਮਝਦਾ ਵਾਂ, ਜਿਹੜੀਆਂ ਬੜੀ ਹੀ ਗੈਰ ਮੁਹਤਾਤ ਅੰਦਾਜ਼ ਦੇ ਨਾਲ ਸਿਆਸਤ ਕਰਦੀਆਂ ਰਹੀਆਂ ਨੇ ਔਰ ਕਰ ਰਹੀਆਂ ਨੇ, ਉਹਨਾਂ ਨੂੰ ਵੀ ਪਤਾ ਲੱਗੇਗਾ ਕਿ ਉਹਨਾਂ ਦੀ ਹਦੂਦ ਕੀ ਨੇ। ਮੈਂ ਪਹਿਲੇ ਦੱਸ ਚੁੱਕਿਆ ਵਾਂ ਕਿ ਅਸੀਂ ਹਾਲੇ ਉਹ ਜਿਹੜੇ ਡੈਮੋਕ੍ਰੈਟਿਕਲੀ ਬੜੇ ਸਿਵਲਾਈਜ਼ਡ ਮੁਲਕ ਕਹਿਲਾਉਂਦੇ ਨੇ, ਉਹ ਉਹਨਾਂ ਮੁਲਕਾਂ 'ਚ ਅਸੀਂ ਸ਼ਾਮਿਲ ਨਹੀਂ ਹੈਗੇ। ਸੋ ਮੈਂ ਹਦੂਦੋ ਕਯੂਦ ਦੀ ਗੱਲ ਕੀਤੀ, ਅਤੇ ਸਾਡੇ ਹਾਂ ਉਹ ਹਦੂਦੋ ਕਯੂਦ ਜਿਹੜੀਆਂ ਨੇ ਕੀ ਨੇ, ਔਰ ਸਿਆਸੀ ਜਮਾਤਾਂ ਇਹ ਵੀ ਸੋਚਣਗੀਆਂ ਕਿ ਆਇਨ ਦੀ ਬਾਲਾਦਸਤੀ ਕਿੱਥੇ ਕਿੱਥੇ ਔਰ ਕਿਵੇਂ ਕਿਵੇਂ ਹੋ ਸਕਦੀ, ਔਰ ਉਹਦੇ ਵਿੱਚ ਕਿਹੜੇ ਇਦਾਰੇ ਦੀ ਕੀ ਜ਼ਿੰਮੇਦਾਰੀ ਹੋਵੇਗੀ ਔਰ ਕੀ ਦਾਇਰਾ ਕਾਰ ਹੋਵੇਗਾ, ਔਰ ਪਾਰਲੀਮੈਂਟ ਦਾ ਕੀ ਹੋਵੇਗਾ। ਅਤੇ ਇਹ ਮੁਸਤਕਬਲ ਦੀ ਇੱਕ ਚੰਗੀ ਤਸਵੀਰ ਹੋ ਸਕਦੀ। ਹਾਲੇ ਸਾਨੂੰ ਇਹ ਲੱਗਣ ਡਿਆ ਹੈ ਕਿ ਜਿਵੇਂ ਬਹੁਤ ਕਸ਼ੀਦਗੀ ਔਰ ਸਿਵਲ ਮਿਲਟਰੀ ਰਿਲੇਸ਼ਨ ਖਰਾਬ ਹੋ ਜਾਣਗੇ ਇਸ ਵਾक़ੇ ਤੋਂ ਬਾਅਦ, ਲੇਕਿਨ ਮੈਨੂੰ ਪਤਾ ਨਹੀਂ ਕਿਉਂ ਇਹ ਲੱਗ ਰਿਹਾ ਵੇ ਕਿ ਇੱਕ ਦਫਾ ਇਹ ਹੋਣਾ ਹੀ ਹੋਣਾ ਹੈ, ਔਰ ਉਸ ਤੋਂ ਬਾਅਦ ਜਿਹੜਾ ਹੈ ਚੂँਕਿ ਇੱਕ ਨਜ਼ੀਰ ਆ ਜਾਏਗੀ, ਇੱਕ ਮਿਸਾਲ ਆ ਜਾਵੇਗੀ ਸਾਹਮਣੇ, ਅਤੇ ਫਿਰ ਅਗਲੀਆਂ ਆਉਣ ਵਾਲੀਆਂ ਜਿਹੜੀਆਂ ਹਕੂਮਤਾਂ ਨੇ ਉਹ ਵੀ ਫਿਰ ਇਹਦੇ ਉੱਤੇ ਚੱਲਣ ਵਾਸਤੇ ਉਹਨਾਂ ਉੱਤੇ ਕੋਈ ਦਬਾਅ ਨਹੀਂ ਹੋਵੇਗਾ। ਅਤੇ ਇਹ ਵਾਲਾ ਜਿਹੜਾ ਵਾਕਿਆ ਹੈ ਇਹਦੇ ਵਿੱਚ ਅਫਸਰਾਂ ਦੀ ਗ੍ਰਿਫਤਾਰੀ ਤਾਜ਼ਾ ਤਰੀਨ ਹੋਈ ਹੈ, ਔਰ ਮੇਰਾ ਖਿਆਲ ਹੈ ਕਿ ਜਨਰਲ ਫੈਜ਼ ਹਮੀਦ ਔਰ ਫਿਰ ਉਹਦਾ ਲਿੰਕ ਜਿਹੜਾ ਹੈ ਬਾਨੀ PTI ਦੇ ਨਾਲ ਇਸਟੈਬਲਿਸ਼ ਕੀਤਾ ਜਾ ਰਿਹਾ ਹੈ, ਜਾਂ ਉਹਨਾਂ ਕੋਲ ਸਬੂਤ ਹੋਣਗੇ ਜਿਹੜੇ ਲੋਕ ਕਰ ਰਹੇ ਨੇ ਕਿ ਉਹ ਕੀਤਾ ਜਾ ਰਿਹਾ, ਅਤੇ ਇਹਦੇ ਨਾਲ ਸਿਆਸਤ ਜਿਹੜੀ ਇਹਦੇ ਵਿੱਚ ਮੁਦਾਖਲਤ ਦੇ ਇਮਕਾਨਾਤ ਘਟਣਗੇ। ਅਤੇ ਇਸ ਵਾਕਿਏ ਨੂੰ ਮੈਂ ਸਿਰਫ ਇਸੇ ਤਨਾਜ਼ਰ ਦੇ ਵਿੱਚ ਹੀ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਸਿਆਸਤ ਦੇ ਵਿੱਚ ਜਿਹੜਾ ਇਦਾਰਿਆਂ ਦੀ ਮੁਦਾਖਲਤ ਉਹ ਘੱਟ ਹੋਣ ਦਾ ਇੱਕ ਇਮਕਾਨ ਪੈਦਾ ਹੋਇਆ। ਅਤੇ ਜੀਂਦੇ ਰਹੋ, ਵਸਦੇ ਰਹੋ।